Hallelujah. Praise the Lord to all. ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। And we warmly welcome you in the presence of the Lord. ਤੇ ਅਸੀਂ ਪਰਮੇਸ਼ਵਰ ਦੀ ਉਪਸਥਿਤੀ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। And I hope you all are joyful in the presence of the Lord. ਤੇ ਅਸੀਂ ਇਹ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਨੰਦਿਤ ਹੋ। Hallelujah. ਹਾਲੇਲੂਇਆ। So let's begin with the word of God. ਤੇ ਆਓ ਹੁਣ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਸ਼ੁਰੂ ਕਰੀਏ। The title is ਅੱਜ ਦਾ ਜਿਹੜਾ ਵਿਸ਼ਾ ਹੈ Inviting God into your difficulties. ਪਰਮੇਸ਼ਵਰ ਨੂੰ ਆਪਣੀਆਂ ਮੁਸੀਬਤਾਂ ਦੇ ਵਿੱਚ ਸੱਦਾ ਦੇਣਾ। Into your problems, into your situations. ਆਪਣੀਆਂ ਸਮੱਸਿਆਵਾਂ ਦੇ ਵਿੱਚ, ਆਪਣੇ ਹਾਲਾਤਾਂ ਦੇ ਵਿੱਚ। What we hear all the times ਅਸੀਂ ਹਰ ਵਾਰੀ ਕੀ ਸੁਣਦੇ ਹਾਂ when we are in difficulties, ਜਦੋਂ ਅਸੀਂ ਮੁਸੀਬਤਾਂ ਦੇ ਵਿੱਚ ਹੁੰਦੇ ਹਾਂ, pray ਅਸੀਂ ਪ੍ਰਾਰਥਨਾ ਕਰਦੇ to ਹਾਂ Lord will get you out of this situation. ਕਿ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਨਾ ਕਿ ਪ੍ਰਭੂ ਸਾਨੂੰ ਸਾਡੀਆਂ ਮੁਸੀਬਤਾਂ ਦੇ ਵਿੱਚੋਂ ਬਾਹਰ ਕੱਢੋ। But no one tells ਪਰ ਇਹ ਕੋਈ ਨਹੀਂ ਦੱਸਦਾ that you have to invite God into your situations ਕਿ ਤੁਹਾਨੂੰ ਪਰਮੇਸ਼ਵਰ ਨੂੰ ਆਪਣੀਆਂ ਮੁਸੀਬਤਾਂ ਦੇ ਵਿੱਚ ਸੱਦਾ ਦੇਣ ਦੀ ਲੋੜ ਹੈ। if you want to get out of that. ਜੇ ਤੁਸੀਂ ਆਪਣੀਆਂ ਮੁਸੀਬਤਾਂ ਦੇ ਵਿੱਚੋਂ ਬਾਹਰ ਆਉਣਾ ਚਾਹੁੰਦੇ ਹੋ। Most of the time we are praying, ਬਹੁਤ ਵਾਰੀ ਅਸੀਂ ਪ੍ਰਾਰਥਨਾ ਕਰਦੇ ਹਾਂ God get me out of this challenge. ਕਿ ਪ੍ਰਭੂ ਮੈਨੂੰ ਇਸ ਹਾਲਾਤਾਂ ਦੇ ਵਿੱਚੋਂ ਬਾਹਰ ਕੱਢੋ। Get me out of this trouble. ਕਿ ਮੈਂ ਇਸ ਮੁਸੀਬਤ ਦੇ ਵਿੱਚੋਂ ਬਾਹਰ ਨਿਕਲ The ਜਾਵਾਂ। troubles at your work, at your financial setbacks or anywhere. ਕਿ ਜਿੱਥੇ ਵੀ ਤੁਹਾਡੀਆਂ ਮੁਸੀਬਤਾਂ ਹਨ, ਤੁਹਾਡੇ ਕੰਮ ਕਰਨ ਦੇ ਸਥਾਨ ਦੇ ਵਿੱਚ ਜਾਂ ਤੁਹਾਡੇ ਘਰ ਦੇ ਵਿੱਚ ਗਰੀਬੀ ਹੈ, ਜੇ ਤੁਸੀਂ ਉੱਥੋਂ ਬਾਹਰ ਨਿਕਲਣਾ ਚਾਹੁੰਦੇ ਹੋ। There is nothing wrong in praying like that. ਇੱਦਾਂ ਪ੍ਰਾਰਥਨਾ ਕਰਨਾ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਹੈ। But before you get with that, ਪਰ ਇਸ ਤੋਂ ਪਹਿਲਾਂ ਕਿ ਤੁਸੀਂ ਉਸ ਮੁਸੀਬਤ ਦੇ ਵਿੱਚ ਹੋਵੋ, before you get out from this situation, ਕਿ ਤੁਸੀਂ ਉਸ ਮੁਸੀਬਤ ਦੇ ਵਿੱਚੋਂ ਨਿਕਲਣ ਤੋਂ ਪਹਿਲਾਂ you have to invite God in. ਤੁਹਾਨੂੰ ਪਰਮੇਸ਼ਵਰ ਨੂੰ ਆਪਣੀ ਮੁਸੀਬਤ ਦੇ ਅੰਦਰ ਸੱਦਾ ਦੇਣਾ ਹੈ। Because the reason behind this, ਕਿਉਂਕਿ ਉਹਦੇ ਪਿੱਛੇ ਜਿਹੜਾ ਕਾਰਨ ਹੈ ਉਹ ਇਹ ਹੈ, the miracle is not getting out from that situation, ਜਿਹੜਾ ਚਮਤਕਾਰ ਹੈ ਉਹ ਉਹਨਾਂ ਹਾਲਾਤਾਂ ਦੇ ਵਿੱਚ ਨਹੀਂ ਹੋ ਪਾਉਂਦਾ, but the miracle is what God is going to do in this situation in which you are. ਪਰ ਜਿਹੜਾ ਚਮਤਕਾਰ ਹੈ ਉਹ ਇਹ ਹੈ ਕਿ ਪਰਮੇਸ਼ਵਰ ਤੁਹਾਡੇ ਹਾਲਾਤਾਂ ਦੇ ਵਿੱਚ ਕੀ ਕਰ ਰਹੇ ਹਨ। What is more powerful, ਇਹ ਤੋਂ ਵੱਧ ਸ਼ਕਤੀਸ਼ਾਲੀ ਕੀ ਹੈ, instead of just praying ਬਜਾਏ ਇਹਦੇ ਪ੍ਰਾਰਥਨਾ ਕਰਨਾ that God get me out, ਕਿ ਪ੍ਰਭੂ ਮੈਨੂੰ ਬਾਹਰ ਕੱਢੋ, why don't we start praying ਅਸੀਂ ਇਹ ਪ੍ਰਾਰਥਨਾ ਕਰਨਾ ਕਿਉਂ ਨਹੀਂ ਸ਼ੁਰੂ ਕਰਦੇ that God come in this hospital, ਕਿ ਪ੍ਰਭੂ ਇਸ ਹਸਪਤਾਲ ਦੇ ਵਿੱਚ ਆਓ, in this room where I take the treatment, ਜਿੱਥੇ ਜਿਹੜੇ ਹਸਪਤਾਲ ਦੇ ਕਮਰੇ ਦੇ ਵਿੱਚ Come ਮੇਰਾ in- ਇਲਾਜ ਹੋ ਰਿਹਾ ਹੈ, come into the trouble at my work, ਕਿ ਉਸ ਕੰਮ ਦੇ ਵਿੱਚ ਜਿੱਥੇ ਮੈਂ ਫਸਿਆ ਹੋਇਆ ਹਾਂ ਉੱਥੇ ਆ ਕੇ ਮੇਰੀ ਮਦਦ ਕਰੋ। come into the anxiety I'm facing, ਜਿਹੜੇ ਨਿਰਾਸ਼ਾ ਦੇ ਵਿੱਚ ਮੈਂ ਫਸਿਆ ਹੋਇਆ ਹਾਂ, or ਪ੍ਰਭੂ, any problem, any situation you are dealing with. ਹਰ ਉਹ ਪਰੇਸ਼ਾਨੀ ਜਿਹਦੇ ਨਾਲ ਤੁਸੀਂ ਜੂਝ ਰਹੇ ਹੋ, God brings you out, ਪਰਮੇਸ਼ਵਰ ਤੁਹਾਨੂੰ ਬਾਹਰ ਕੱਢਦਾ ਹੈ। or when God comes in ਜਦੋਂ ਪਰਮੇਸ਼ਵਰ ਅੰਦਰੋਂ ਆਉਂਦੇ ਹਨ ਤੁਹਾਡੇ ਹਾਲਾਤਾਂ ਦੇ ਵਿੱਚ, and it begins to change, ਤੇ ਪਰਮੇਸ਼ਵਰ ਉਹਨਾਂ ਨੂੰ ਬਦਲਣਾ ਸ਼ੁਰੂ ਕਰ ਦਿੰਦੇ He ਹਨ। comes in this situation ਪਰਮੇਸ਼ਵਰ ਤੁਹਾਡੀਆਂ ਪਰਿਸਥਿਤੀਆਂ ਦੇ ਵਿੱਚ ਆਉਂਦੇ ਹਨ and gives His favor along with you, ਤੇ ਪਰਮੇਸ਼ਵਰ ਆਪਣਾ ਪੱਖ ਤੁਹਾਨੂੰ ਦਿੰਦੇ ਹਨ, despite who is trying to pushing you down. ਬਾਵਜੂਦ ਇਹਦੇ ਕਿ ਕੌਣ ਤੁਹਾਨੂੰ ਥੱਲੇ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ। He comes in ਪਰਮੇਸ਼ਵਰ ਤੁਹਾਡੇ ਹਾਲਾਤਾਂ ਦੇ ਵਿੱਚ ਆਉਂਦੇ ਹਨ and gives you the strength, the power that you cannot explain. ਤੇ ਤੁਹਾਨੂੰ ਉਹ ਬਲ ਦਿੰਦੇ ਹਨ ਜਿਹੜਾ ਤੁਸੀਂ ਬਿਆਨ ਨਹੀਂ ਕਰ ਸਕਦੇ। If you are only focused ਜੇ ਤੁਹਾਡਾ ਨਿਸ਼ਾਨਾ ਸਿਰਫ ਇਹ ਹੈ on God bringing you out of this situation, ਕਿ ਪਰਮੇਸ਼ਵਰ ਮੈਨੂੰ ਆਪਣੇ ਹਾਲਾਤਾਂ ਦੇ ਵਿੱਚੋਂ ਬਾਹਰ ਕੱਢ ਲਏ, then you might get disappointed, ਤਾਂ ਹੋ ਸਕਦਾ ਹੈ ਕਿ ਤੁਸੀਂ ਨਿਰਾਸ਼ ਹੋ ਜਾਓ, because God doesn't go according to our timings, our wills and our plannings. ਕਿਉਂਕਿ ਜੋ ਪਰਮੇਸ਼ਵਰ ਹੈ ਉਹ ਸਾਡੇ ਸਮਿਆਂ ਦੇ ਅਨੁਸਾਰ, ਸਾਡੀ ਇੱਛਾ ਦੇ ਅਨੁਸਾਰ ਜਾਂ ਸਾਡੀ ਯੋਜਨਾ ਦੇ ਅਨੁਸਾਰ ਕੰਮ ਨਹੀਂ ਕਰਦੇ, And it sometimes take longer than what we ask. ਤੇ ਕਈ ਵਾਰੀ ਉਹ ਜ਼ਿਆਦਾ ਸਮਾਂ ਵੀ ਲੱਗ ਜਾਂਦਾ ਹੈ ਜਿੰਨਾ ਅਸੀਂ ਸੋਚਿਆ ਵੀ ਨਹੀਂ ਹੁੰਦਾ। But when you ask,
ਪਰ ਜਦੋਂ ਅਸੀਂ ਮੰਗਦੇ ਹਾਂ ਪਰਮੇਸ਼ਵਰ ਦੇ ਕੋਲੋਂ God to come in this situation you are going through, ਕਿ ਪ੍ਰਭੂ ਮੈਂ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹਾਂ ਤੁਸੀਂ ਉਹਨਾਂ ਹਾਲਾਤਾਂ ਦੇ ਵਿੱਚ ਆਓ you can be at rest. ਫਿਰ ਤੁਸੀਂ ਆਰਾਮ ਪਾ ਸਕਦੇ And you ਹੋ can say ਤੇ ਤੁਸੀਂ ਕਹਿ ਸਕਦੇ that ਹੋ God, I know that you are right here with me. ਕਿ ਪ੍ਰਭੂ ਮੈਂ ਜਾਣਦਾ ਹਾਂ ਕਿ ਤੁਸੀਂ ਇਸੇ ਸਮੇਂ ਮੇਰੇ ਨਾਲ ਹੋ You are ordering my steps. ਤੇ ਤੁਸੀਂ ਮੇਰੇ ਕਦਮਾਂ ਨੂੰ ਚਲਾ ਰਹੇ ਹੋ And at right the time, ਤੇ ਪੂਰੇ ਸਹੀ ਸਮੇਂ ਤੇ I will get what I'm supposed to get. ਮੈਂ ਉੱਥੇ ਪਹੁੰਚ ਜਾਵਾਂਗਾ ਜਿੱਥੇ ਮੈਨੂੰ ਪਹੁੰਚਣਾ And ਚਾਹੀਦਾ at the ਹੈ right timing, I'll go through this situation. ਤੇ ਪੂਰੇ ਸਹੀ ਸਮੇਂ ਤੇ ਮੈਂ ਉਹਨਾਂ ਹਾਲਾਤਾਂ ਦੇ ਵਿੱਚੋਂ ਨਿਕਲ And ਜਾਵਾਂਗਾ when you do this, ਤੇ ਜਦੋਂ ਤੁਸੀਂ ਇਹ ਕਰਦੇ ਹੋ there will be no longer disappointments in your lives. ਤੇ ਫਿਰ ਤੁਹਾਡੇ ਜੀਵਨ ਦੇ ਵਿੱਚ ਨਿਰਾਸ਼ਾਵਾਂ ਨਹੀਂ ਰਹਿੰਦੀਆਂ You'll get stronger in your faith ਤੁਸੀਂ ਆਪਣੇ ਈਮਾਨ ਦੇ ਵਿੱਚ ਆਪਣੇ ਵਿਸ਼ਵਾਸ ਦੇ ਵਿੱਚ ਮਜ਼ਬੂਤ ਹੋ because you ਜਾਂਦੇ ਹੋ know that God is right here with you in each and every situation of yours in Jesus' name. ਕਿਉਂਕਿ ਫਿਰ ਤੁਹਾਨੂੰ ਪਤਾ ਹੁੰਦਾ ਹੈ ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਤੁਹਾਡੇ ਨਾਲ ਹੈ ਤੁਹਾਡੀਆਂ ਸਾਰੇ ਹਾਲਾਤਾਂ ਦੇ ਵਿੱਚ ਹਰ ਚੀਜ਼ਾਂ ਦੇ ਵਿੱਚ ਉਹ ਤੁਹਾਡੇ ਨਾਲ ਹੈ ਯਿਸੂ ਦੇ ਨਾਮ ਦੇ ਵਿੱਚ Then we don't have to fight everything. ਤੇ ਫਿਰ ਸਾਨੂੰ ਹਰ ਚੀਜ਼ ਦੇ ਨਾਲ ਜੰਗ ਕਰਨ ਦੀ ਲੋੜ ਨਹੀਂ ਹੁੰਦੀ We have no more to live upset. ਸਾਨੂੰ ਹੁਣ ਨਿਰਾਸ਼ ਰਹਿਣ ਦੀ ਲੋੜ ਨਹੀਂ We ਹੈ can't sleep at night. ਅਸੀਂ ਰਾਤ ਨੂੰ ਸੋ ਨਹੀਂ ਸਕਦੇ That happens only ਉਹ ਸਿਰਫ ਉਦੋਂ ਹੀ ਹੁੰਦਾ when you ਹੈ are focused on this situation, ਜਦੋਂ ਸਾਡਾ ਸਿਰਫ ਨਿਸ਼ਾਨਾ ਹੁੰਦਾ ਹੈ ਆਪਣੇ ਹਾਲਾਤਾਂ ਦੇ ਉੱਤੇ on the situation where you want to get out of it in as early as possible. ਉਹਨਾਂ ਹਾਲਾਤਾਂ ਦੇ ਉੱਤੇ ਜਿਹੜਾ ਤੁਹਾਡਾ ਨਿਸ਼ਾਨਾ ਹੁੰਦਾ ਹੈ ਕਿ ਮੈਂ ਜਲਦ ਤੋਂ ਜਲਦ ਇਹਨਾਂ ਹਾਲਾਤਾਂ ਦੇ ਵਿੱਚੋਂ ਇਹਨਾਂ ਮੁਸੀਬਤਾਂ ਦੇ ਵਿੱਚੋਂ ਬਾਹਰ ਨਿਕਲ ਜਾਵਾਂ But what the actual situation is, ਪਰ ਉਹ ਕੀ ਹਾਲਾਤ ਹੁੰਦੇ ਹਨ God is waiting for you to invite Him in your lives. ਪਰਮੇਸ਼ਵਰ ਤੁਹਾਡਾ ਇੰਤਜ਼ਾਰ ਕਰ ਰਹੇ ਹੁੰਦੇ ਹਨ ਕਿ ਮੁਸੀਬਤ ਦੇ ਵੇਲੇ ਤੁਸੀਂ ਪਰਮੇਸ਼ਵਰ ਨੂੰ ਸੱਦਾ ਦਿਓ ਕਿ ਪ੍ਰਭੂ ਤੁਸੀਂ ਇਸ ਮੁਸੀਬਤ ਦੇ ਵੇਲੇ ਦੇ ਵਿੱਚ ਮੇਰੀ ਮਦਦ ਕਰੋ He's waiting you ਉਹ ਤੁਹਾਡਾ ਇੰਤਜ਼ਾਰ ਕਰ ਰਿਹਾ that ਹੈ when you will say that God come in my life, come in my situation and take control over me. ਕਿ ਤੁਸੀਂ ਪਰਮੇਸ਼ਵਰ ਨੂੰ ਕਦੋਂ ਕਹੋਗੇ ਕਿ ਪ੍ਰਭੂ ਮੇਰੀ ਇਸ ਮੁਸੀਬਤ ਦੇ ਵਿੱਚ ਤੁਸੀਂ ਮੇਰੇ ਨਾਲ ਆਓ ਤੇ ਸਾਰਾ ਕਾਬੂ ਤੁਸੀਂ ਕਰੋ But what we have to say at that time, ਪਰ ਅਸੀਂ ਉਸ ਸਮੇਂ ਕੀ ਕਹਿੰਦੇ ਹਾਂ Lord, I don't want you to change the circumstances, but I want you to change me. ਕਿ ਸਾਨੂੰ ਉਹਨਾਂ ਹਾਲਾਤਾਂ ਦੇ ਵਿੱਚ ਇਹ ਕਹਿਣ ਦੀ ਲੋੜ ਹੈ ਕਿ ਪ੍ਰਭੂ ਇਹ ਹਾਲਾਤ ਹੀ ਨਾ ਬਦਲਣ ਪਰ ਇਹਨਾਂ ਹਾਲਾਤਾਂ ਦੇ ਨਾਲ ਨਾਲ ਮੈਂ ਵੀ ਬਦਲ ਜਾਵਾਂ Help me to not to just go through this situation, ਮੇਰੀ ਮਦਦ ਕਰੋ ਕਿ ਮੈਂ ਸਿਰਫ ਇਹਨਾਂ ਹਾਲਾਤਾਂ ਦੇ ਵਿੱਚੋਂ ਦੀ ਹੀ ਨਾ ਲੰਘਾਂ but help me to go through it with the big victory, with faith. ਪਰ ਮੇਰੀ ਮਦਦ ਕਰੋ ਕਿ ਮੈਂ ਇਹਨਾਂ ਹਾਲਾਤਾਂ ਦੇ ਵਿੱਚੋਂ ਇੱਕ ਵੱਡੀ ਜਿੱਤ ਦੇ ਨਾਲ ਤੇ ਵੱਡੇ ਈਮਾਨ ਦੇ ਨਾਲ ਆਵਾਂ And help me to learn more, ਤੇ ਮੇਰੀ ਮਦਦ ਕਰੋ ਕਿ ਮੈਂ ਹੋਰ ਸਿੱਖਾਂ that my character may come and become higher. ਕਿ ਜਿਹੜਾ ਮੇਰਾ ਚਰਿੱਤਰ ਹੈ ਉਹ ਹੋਰ ਵੀ ਉન્નਤੀ ਦੇ ਵੱਲ ਵੱਧ ਜਾਏ If God delivers us out of everything instantly, ਜੇ ਪਰਮੇਸ਼ਵਰ ਹਰ ਮੁਸੀਬਤ ਦੇ ਵਿੱਚੋਂ ਸਾਨੂੰ ਬਿਲਕੁਲ ਥੋੜੇ ਸਮੇਂ ਦੇ ਵਿੱਚ ਹੀ ਕੱਢ ਦੇਣ we would never reach our highest potentials. ਅਸੀਂ ਕਦੇ ਵੀ ਉਸ ਮੁਕਾਮ ਤੇ ਨਹੀਂ ਪਹੁੰਚ ਸਕਦੇ ਜਿੱਥੇ ਸਾਡੀ ਸਭ ਤੋਂ ਵੱਧ ਸ਼ਮਤਾ ਹੁੰਦੀ ਹੈ Because God works ਕਿਉਂਕਿ ਪਰਮੇਸ਼ਵਰ ਕੰਮ ਕਰਦੇ ਹਨ in the trouble. ਮੁਸੀਬਤ ਦੇ He ਵੇਲੇ works ਵਿੱਚ in the uncomfortable situations. ਪਰਮੇਸ਼ਵਰ ਉਦੋਂ ਕੰਮ ਕਰਦੇ ਹਨ ਜਦੋਂ ਜਿਹੜੇ ਹਾਲਾਤ ਹਨ ਉਹ ਆਰਾਮਦਾਇਕ ਨਹੀਂ ਹੁੰਦੇ And sometimes ਕਦੇ-ਕਦੇ God is bringing you out yet ਪਰਮੇਸ਼ਵਰ ਤੁਹਾਨੂੰ ਬਾਹਰ ਨਹੀਂ ਕੱਢਦੇ because He wants the odds to be against you in a bigger way. ਕਿਉਂਕਿ ਪਰਮੇਸ਼ਵਰ ਚਾਹੁੰਦੇ ਹਨ ਕਿ ਜਿਹੜੀਆਂ ਮੁਸੀਬਤਾਂ ਹਨ ਉਹ ਇੱਕ ਵੱਡੇ ਤਰੀਕੇ ਦੇ ਨਾਲ ਤੁਹਾਡੇ ਉੱਤੇ ਆਉਣ When He brings you out, ਤਾਂ ਕਿ ਜਦੋਂ ਪਰਮੇਸ਼ਵਰ ਤੁਹਾਨੂੰ ਉਹਨਾਂ ਵੱਡੀਆਂ ਮੁਸੀਬਤਾਂ ਦੇ ਵਿੱਚੋਂ ਬਾਹਰ ਕੱਢੇ it will be a higher miracle. ਉਹ ਇੱਕ ਵੱਡਾ ਚਮਤਕਾਰ It will ਹੋਵੇ be a big testimony. ਉਹ ਇੱਕ ਵੱਡੀ ਗਵਾਹੀ ਹੋਵੇ Because if we want big testimonies, ਕਿਉਂਕਿ ਜੇ ਅਸੀਂ ਵੱਡੀਆਂ ਗਵਾਹੀਆਂ ਚਾਹੁੰਦੇ ਹਾਂ if we want big miracles in our lives, ਜੇ ਅਸੀਂ ਆਪਣੇ ਜੀਵਨ ਦੇ ਵਿੱਚ ਵੱਡੇ ਚਮਤਕਾਰ ਚਾਹੁੰਦੇ ਹਾਂ we have to go through something bigger. ਤੇ ਸਾਨੂੰ ਉਹਨਾਂ ਦੇ ਲਈ ਵੱਡੀਆਂ ਮੁਸੀਬਤਾਂ ਦੇ ਵਿੱਚੋਂ ਦੀ ਵੀ ਲੰਘਣਾ We ਪਵੇਗਾ have to go through something that will disturb your life. ਸਾਨੂੰ ਉਹਨਾਂ ਚੀਜ਼ਾਂ ਦੇ ਵਿੱਚੋਂ ਲੰਘਣਾ ਪਵੇਗਾ ਜਿਹੜੀਆਂ ਸਾਡੇ ਜੀਵਨ ਦੇ ਵਿੱਚ ਗੜਬੜ ਕਰ ਦੇਣ That will check your faith.
ਉਦੋਂ ਤੁਹਾਡੇ ਜਿਹੜਾ ਈਮਾਨ ਦੀ ਹੈ ਉਹ ਪਰਖ ਹੋ ਰਹੀ ਹੁੰਦੀ that ਹੈ you might not give up on the Lord. ਤਾਂ ਕਿ ਤੁਸੀਂ ਪਰਮੇਸ਼ਵਰ ਦੇ ਅੱਗੇ ਹਾਰ ਨਾ ਜਾਓ। Isaiah 43 verse 2, ਯਸ਼ਾਇਆ ਉਹਦਾ 43 ਨੰਬਰ ਅਧਿਆਏ ਉਹਦੀ 2 ਨੰਬਰ ਆਇਤ, when you pass through the waters, ਜਦੋਂ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਘੇਗਾ I will be with you. ਮੈਂ ਤੇਰੇ ਅੰਗ ਸੰਗ ਹੋਵਾਂਗਾ। And when you pass through the rivers, ਅਤੇ ਜਦ ਨਦੀਆਂ ਦੇ ਵਿੱਚੋਂ ਦੀ ਤੂੰ ਲੰਘੇ they will not sweep over you. ਉਹ ਤੈਨੂੰ ਨਾ ਡੁਬੋਣਗੀਆਂ। This is the word of God for you today. ਪਰਮੇਸ਼ਵਰ ਦਾ ਵਚਨ ਅੱਜ ਇਹ ਤੁਹਾਡੇ ਲਈ ਹੈ। And I'm saying receive it for yourself in Jesus' mighty name. ਤੇ ਮੈਂ ਅੱਜ ਕਹਿੰਦੀ ਹਾਂ ਕਿ ਇਸ ਵਚਨ ਨੂੰ ਤੁਸੀਂ ਆਪਣੇ ਜੀਵਨਾਂ ਦੇ ਵਿੱਚ ਪ੍ਰਾਪਤ ਕਰੋ। When you walk through the fire, ਜਦੋਂ ਤੁਸੀਂ ਅੱਗ ਦੇ ਵਿੱਚੋਂ ਦੀ ਜਾਓ you will not be burned. ਤੁਸੀਂ ਸੜੋਗੇ ਨਹੀਂ। The flames will not set you ablaze. ਅੱਗ ਦੀਆਂ ਜਿਹੜੀਆਂ ਲਾਟਾਂ ਹਨ ਉਹ ਤੁਹਾਨੂੰ ਨਹੀਂ ਸਾੜ ਸਕਣਗੀਆਂ। What the Bible is saying today, ਪਰਮੇਸ਼ਵਰ ਦਾ ਵਚਨ ਅੱਜ ਕੀ ਕਹਿ ਰਿਹਾ ਹੈ that whatever may come in your life, ਜੋ ਕੁਝ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਆਏ it will not hurt you, ਉਹ ਤੁਹਾਡਾ ਨੁਕਸਾਨ ਨਹੀਂ ਕਰੇਗਾ because the God is with you. ਕਿਉਂਕਿ ਜਦੋਂ ਪਰਮੇਸ਼ਵਰ ਤੁਹਾਡੇ ਵੱਲ ਹੈ But we are not accepting that God is with us. We want Him to get out of this situation, but instead of that, we have to invite Him in our lives to be with ourselves. ਪਰ ਅਸੀਂ ਇੱਕ ਕਬੂਲ ਹੀ ਨਹੀਂ ਕਰਦੇ ਕਿ ਪਰਮੇਸ਼ਵਰ ਸਾਡੇ ਨਾਲ ਹੈ। ਉਹਨਾਂ ਹਾਲਾਤਾਂ ਦੇ ਵਿੱਚੋਂ ਬਾਹਰ ਨਿਕਲਣ ਦੀ ਬਜਾਏ, ਇਹ ਨਿਸ਼ਾਨਾ ਰੱਖਣ ਦੀ ਬਜਾਏ ਤੁਸੀਂ ਪ੍ਰਾਰਥਨਾ ਕਰੋ ਕਿ ਪ੍ਰਭੂ ਸਾਡੇ ਹਾਲਾਤਾਂ ਨੂੰ ਬਦਲੋ ਤੇ ਸਾਨੂੰ ਇਸ ਮੁਸੀਬਤ ਦੇ ਵਿੱਚੋਂ ਬਾਹਰ ਕੱਢ ਦਿਓ। He didn't say, I'll keep you out of every fountain, I'll keep you away from every problem, I will keep you away from every fire. ਪਰਮੇਸ਼ਵਰ ਨੇ ਇਹ ਨਹੀਂ ਕਿਹਾ ਕਿ ਮੈਂ ਤੁਹਾਨੂੰ ਹਰ ਮੁਸ਼ਕਿਲ ਤੋਂ, ਹਰ ਝਰਨੇ ਤੋਂ ਤੇ ਹਰ ਅੱਗ ਤੋਂ ਤੁਹਾਨੂੰ ਪਰਾਂ ਰੱਖਾਂਗਾ। But He says that the situations will come, the floods will come, the fire will come. ਪਰ ਪਰਮੇਸ਼ਵਰ ਜੀ ਨੇ ਕਿਹਾ ਕਿ ਮੁਸੀਬਤਾਂ ਆਉਣਗੀਆਂ, ਵੱਡੇ ਹੜ੍ਹ ਆਉਣਗੇ। But I am here to save you. ਪਰ ਮੈਂ ਇੱਥੇ ਹਾਂ ਤੁਹਾਨੂੰ ਬਚਾਉਣ ਦੇ ਵਾਸਤੇ। So do not be upset today if the situations are not going the way you want them to go. ਤੇ ਅੱਜ ਤੁਸੀਂ ਨਿਰਾਸ਼ ਨਾ ਹੋਵੋ ਜੇ ਤੁਹਾਡੇ ਹਾਲਾਤ ਤੁਹਾਡੇ ਅਨੁਸਾਰ ਨਹੀਂ ਜਾ ਰਹੇ। Because the Bible itself says that the situations will like come. ਕਿਉਂਕਿ ਜਿਹੜਾ ਪਰਮੇਸ਼ਵਰ ਦਾ ਵਚਨ ਹੈ ਉਹ ਇਦਾਂ ਦੱਸਦਾ ਹੈ ਕਿ ਮੁਸੀਬਤਾਂ ਆਉਣਗੀਆਂ। But I will be with you. ਪਰ ਮੈਂ ਤੁਹਾਡੇ ਅੰਗ ਸੰਗ ਹੋਵਾਂਗਾ। Invite me to come along with you. ਪਰਮੇਸ਼ਵਰ ਜੀ ਕਹਿੰਦੇ ਹਨ ਕਿ ਮੈਨੂੰ ਸੱਦਾ ਦਿਓ ਕਿ ਮੈਂ ਤੁਹਾਡੇ ਨਾਲ ਹੋਵਾਂ। You are waiting for the Lord to get out of this situation, but the God is waiting for you to invite Him the situation. ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ ਪਰਮੇਸ਼ਵਰ ਤੁਹਾਨੂੰ ਤੁਹਾਡੇ ਹਾਲਾਤਾਂ ਦੇ ਵਿੱਚੋਂ ਬਾਹਰ ਕੱਢੇ, ਪਰ ਪਰਮੇਸ਼ਵਰ ਜੀ ਇੰਤਜ਼ਾਰ ਕਰ ਰਹੇ ਹਨ ਕਿ ਤੁਸੀਂ ਆਪਣੀਆਂ ਪਰੇਸ਼ਾਨੀਆਂ ਦੇ ਵਿੱਚ ਪਰਮੇਸ਼ਵਰ ਨੂੰ ਸੱਦਾ ਦਿਓ। I want to share the example from the Bible of the 3 young men. ਤੇ ਮੈਂ ਪਵਿੱਤਰ ਵਚਨ ਦੇ ਵਿੱਚੋਂ ਤੁਹਾਡੇ ਨਾਲ ਇੱਕ ਉਦਾਹਰਣ ਜਿਹੜੀ ਹੈ ਉਹ ਤੁਹਾਨੂੰ ਦੱਸਣਾ ਚਾਹੁੰਦੀ ਹਾਂ। 3 ਜਵਾਨ ਆਦਮੀਆਂ ਦੀ। They were unwilling to follow any orders that would mean to compromising their faith. ਉਹ ਇਨਸਾਨ ਇੱਦਾਂ ਦੇ ਸੀਗੇ ਕਿ ਉਹ ਕੋਈ ਵੀ ਜਿਹੜਾ ਹੁਕਮ ਸੀ ਉਹਨੂੰ ਨਹੀਂ ਮੰਨਦੇ ਸੀ, ਜਿਹਦੇ ਨਾਲ ਪਰਮੇਸ਼ਵਰ ਦੇ ਈਮਾਨ ਰੱਖਣ ਦੇ ਨਾਲ ਜਿਹੜਾ ਉਹਨਾਂ ਦਾ ਈਮਾਨ ਹੈ ਉਹਦੇ ਨਾਲ ਸਮਝੌਤਾ ਹੋਵੇ। I'm talking about the Shadrach, Meshach and Abednego's story from the Bible. ਮੈਂ ਸ਼ਦਰਕ, ਮੇਸ਼ਕ ਤੇ ਅਬਦਨਗੋ ਦੀ ਗੱਲ ਕਰ ਰਹੀ ਹਾਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ। And they refused to worship the golden image of the king. ਤੇ ਉਹਨਾਂ ਨੇ ਰਾਜਾ ਦੀ ਜਿਹੜੀ ਸੋਨੇ ਦੀ ਮੂਰਤੀ ਸੀ ਉਹਦੇ ਅੱਗੇ ਝੁਕਣ ਤੋਂ ਮਨਾ ਕਰ ਦਿੱਤਾ। They assured to the king ਉਹਨਾਂ ਨੇ ਰਾਜੇ ਨੂੰ ਕਿਹਾ that our God is able to save us from every fire. ਕਿ ਜਿਹੜਾ ਸਾਡਾ ਪਰਮੇਸ਼ਵਰ ਹੈ ਉਹ ਸਾਨੂੰ ਹਰ ਅੱਗ ਤੋਂ ਬਚਾਉਣ ਦੀ ਸਾਮਰਥ ਰੱਖਦਾ ਹੈ। But if our God chose not to save us, ਪਰ ਜੇ ਸਾਡਾ ਪਰਮੇਸ਼ਵਰ ਸਾਨੂੰ ਬਚਾਉਣਾ ਨਾ ਵੀ ਚਾਹੇ, still we would not deny Him. ਫਿਰ ਵੀ ਅਸੀਂ ਆਪਣੇ ਪਰਮੇਸ਼ਵਰ ਦਾ ਇਨਕਾਰ ਨਹੀਂ ਕਰਾਂਗੇ। And when they were thrown into the fire, ਤੇ ਜਦੋਂ ਉਹ ਅੱਗ ਦੇ ਵਿੱਚ ਸੁੱਟੇ ਗਏ, the God was with them in the fire. ਤੇ ਜੋ ਪਰਮੇਸ਼ਵਰ ਸੀ ਉਹ ਉਹਨਾਂ ਦੇ ਨਾਲ ਸੀ ਉਸ ਅੱਗ ਦੀ ਭੱਠੀ ਦੇ ਵਿੱਚ। They didn't cry before the Lord ਪਰਮੇਸ਼ਵਰ ਦੇ ਅੱਗੇ ਉਹਨਾਂ ਨੇ ਰੋਣਾ ਨਹੀਂ ਸ਼ੁਰੂ ਕਰ that ਦਿੱਤਾ please Lord save us. ਕਿ ਪ੍ਰਭੂ ਕਿਰਪਾ ਕਰਕੇ ਸਾਨੂੰ ਬਚਾ ਲਓ। They did say that we don't want to go in the fire. ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ
ਅੱਗ ਦੇ ਵਿੱਚ ਨਹੀਂ ਜਾਣਾ ਚਾਹੁੰਦੇ, ਉਹਨਾਂ ਨੇ ਇਹ ਪ੍ਰਾਰਥਨਾ ਨਹੀਂ ਕੀਤੀ, but they kept their faith on their Lord Almighty, ਪਰ ਉਹਨਾਂ ਨੇ ਆਪਣਾ ਈਮਾਨ ਸਰਬਸ਼ਕਤੀਮਾਨ ਪਰਮੇਸ਼ਵਰ ਦੇ ਉੱਤੇ ਰੱਖਿਆ that He will come into this situation with them along. ਕਿ ਪਰਮੇਸ਼ਵਰ ਸਾਡੀ ਹਾਲਾਤਾਂ ਦੇ ਵਿੱਚ ਸਾਡੇ ਨਾਲ ਆਵੇਗਾ ਤੇ ਸਾਡੇ ਨਾਲ ਖੜੇਗਾ। They just showed their faith in their trouble and waited for the Lord's presence. ਉਹਨਾਂ ਨੇ ਆਪਣੇ ਹਾਲਾਤਾਂ ਦੇ ਵਿੱਚ ਸਿਰਫ ਆਪਣੇ ਈਮਾਨ ਨੂੰ ਦਿਖਾਇਆ ਤੇ ਪਰਮੇਸ਼ਵਰ ਦੀ ਹਜ਼ੂਰੀ ਦਾ ਇੰਤਜ਼ਾਰ ਕੀਤਾ ਕਿ ਪਰਮੇਸ਼ਵਰ ਸਾਡੇ ਹਾਲਾਤਾਂ ਦੇ ਵਿੱਚ ਸਾਡੇ ਨਾਲ ਖੜਨਗੇ। And all the people who were present on that place to see, ਜਿੰਨੇ ਵੀ ਲੋਕ ਉਸ ਜਗ੍ਹਾ ਦੇ ਉੱਤੇ ਮੌਜੂਦ ਸਨ ਦੇਖਣ ਦੇ ਲਈ, they were present to see the whole drama, was astonished to see such a great miracle. ਤੇ ਜਿੰਨੇ ਵੀ ਲੋਕੀ ਉਸ ਜਗ੍ਹਾ ਦੇ ਉੱਤੇ ਉਸ ਤਮਾਸ਼ੇ ਨੂੰ ਦੇਖਣ ਦੇ ਲਈ ਖੜੇ ਸਨ ਤੇ ਉਹ ਬਹੁਤ ਹੈਰਾਨ ਹੋ ਗਏ। And the king asked the servants, ਕਿਉਂਕਿ ਉਹਨਾਂ ਨੇ ਆਪਣੀਆਂ ਅੱਖਾਂ ਦੇ ਅੱਗੇ ਇੱਕ ਵੱਡਾ ਚਮਤਕਾਰ ਦੇਖਿਆ that have we not thrown the 3 men in the fire? ਤੇ ਰਾਜੇ ਨੇ ਆਪਣੇ ਸੇਵਕਾਂ ਨੂੰ ਪੁੱਛਿਆ ਕਿ ਅਸੀਂ ਅੱਗ ਦੇ ਵਿੱਚ 3 ਆਦਮੀਆਂ ਨੂੰ ਨਹੀਂ ਸੁੱਟਿਆ ਸੀ, Then why am I seeing the 4 men in the fire? ਤੇ ਫਿਰ ਮੈਂ 4 ਆਦਮੀਆਂ ਨੂੰ ਅੱਗ ਦੇ ਵਿੱਚ ਕਿਉਂ ਦੇਖ ਰਿਹਾ ਹਾਂ? Who was the 4th man? ਚੌਥਾ ਆਦਮੀ ਕੌਣ ਸੀ? The Lord Himself was present with them in that situation. ਚੌਥਾ ਆਦਮੀ ਪਰਮੇਸ਼ਵਰ ਖੁਦ ਸੀ ਉਸ ਅੱਗ ਦੇ ਵਿੱਚ ਉਹਨਾਂ ਦੇ ਨਾਲ ਮੌਜੂਦ। Then the king was surprised, ਤੇ ਜਿਹੜਾ ਰਾਜਾ ਸੀ ਉਹ ਬਹੁਤ ਹੈਰਾਨ ਹੋ and the ਗਿਆ eyes of the people were opened. ਤੇ ਜਿਹੜੇ ਉੱਥੇ ਲੋਕੀ ਉਹ ਤਮਾਸ਼ਾ ਦੇਖ ਰਹੇ ਸੀ ਉਹਨਾਂ ਦੀਆਂ ਅੱਖਾਂ ਖੁੱਲੀਆਂ ਰਹਿ They ਗਈਆਂ। never have ever seen this kind of miracle before. ਉਹਨਾਂ ਨੇ ਇਦਾਂ ਦਾ ਚਮਤਕਾਰ ਅੱਜ ਤੋਂ ਪਹਿਲਾਂ ਕਦੇ ਵੀ ਨਹੀਂ ਦੇਖਿਆ And what the ਸੀ। king said, ਤੇ ਰਾਜੇ ਨੇ ਕੀ ਕਿਹਾ that why am I seeing the 4 men in the fire? ਕਿ ਮੈਂ 4 ਆਦਮੀ ਅੱਗ ਦੇ ਵਿੱਚ ਕਿਉਂ ਦੇਖ ਰਿਹਾ ਹਾਂ? And he said that they are unbound, walking in the midst of the fire, and they are not hurt. ਤੇ ਰਾਜੇ ਨੇ ਕਿਹਾ ਕਿ ਇਹ ਜਿਹੜੇ 4 ਲੋਕ ਹਨ ਉਹਨਾਂ ਨੂੰ ਮੈਂ ਬਿਨਾਂ ਬੰਨੇ ਹੋਏ ਬਿਨਾਂ ਬੰਧਨਾਂ ਤੋਂ ਅੱਗ ਦੇ ਵਿੱਚ ਚੱਲਦੇ ਫਿਰਦੇ ਖੁੱਲੇ ਦੇਖ ਰਿਹਾ ਹਾਂ। Because before they were set in the fire, they were tied with the cords. ਕਿਉਂਕਿ ਅੱਗ ਦੇ ਵਿੱਚ ਸੁੱਟੇ ਜਾਣ ਤੋਂ ਪਹਿਲਾਂ ਉਹ 3 ਮਨੁੱਖ ਰੱਸੀਆਂ ਦੇ ਨਾਲ ਬੰਨੇ ਗਏ ਸੀ। And the king called them out ਤੇ ਰਾਜੇ ਨੇ ਉਹਨਾਂ ਨੂੰ ਬਾਹਰ ਬੁਲਾਇਆ from the fire ਉਸ ਅੱਗ ਦੀ ਪੱਟੀ ਦੇ ਵਿੱਚੋਂ and said, ਤੇ ਰਾਜੇ ਨੇ ਕਿਹਾ Blessed be the God of these young men. ਕਿ ਇਹਨਾਂ ਨੌਜਵਾਨ ਮਨੁੱਖਾਂ ਦਾ ਪਰਮੇਸ਼ਵਰ ਮੁਬਾਰਕ ਹੋਵੇ। The same way the situations you are going through will change, and the people around you will say that we obey your Lord. ਉਸੇ ਤਰੀਕੇ ਦੇ ਨਾਲ ਜਿਹੜੇ ਵੀ ਤੁਸੀਂ ਹਾਲਾਤਾਂ ਦੇ ਨਾਲ ਅੱਜ ਜੂਝ ਰਹੇ ਹੋ, ਲੋਕੀ ਵੀ ਤੁਹਾਨੂੰ ਦੇਖ ਕੇ ਇਦਾਂ ਹੀ ਕਹਿਣ ਕਿ ਤੁਸੀਂ ਪਰਮੇਸ਼ਵਰ ਦੇ ਮੁਬਾਰਕ ਲੋਕ ਹੋ। Blessed is the Lord that has sent His angel and delivered His servant who trusted Him. ਤੇ ਰਾਜੇ ਨੇ ਕਿਹਾ ਪਰਮੇਸ਼ਵਰ ਇਹਨਾਂ ਦਾ ਪਰਮੇਸ਼ਵਰ ਮੁਬਾਰਕ ਹੋਵੇ ਜਿਨ੍ਹਾਂ ਨੇ ਆਪਣਾ ਦੂਤ ਇਹਨਾਂ ਨੂੰ ਬਚਾਉਣ ਦੇ ਲਈ ਘੱਲਿਆ ਹੈ। And your trouble must be the testimony like the testimony of these 3 young boys. ਤੇ ਤੁਹਾਡੀ ਵੀ ਜਿਹੜੀ ਮੁਸੀਬਤ ਹੈ ਉਹ ਇਹਨਾਂ 3 ਮਨੁੱਖਾਂ ਦੇ ਵਾਂਗੂ ਇੱਕ ਗਵਾਹੀ ਬਣ ਜਾਏ। God allows the difficulties. ਪਰਮੇਸ਼ਵਰ ਜਿਹੜੇ ਹਨ ਉਹ ਮੁਸੀਬਤਾਂ ਨੂੰ ਆਉਣ ਦਿੰਦੇ ਹਨ। I'm not saying that He sent it. ਮੈਂ ਇਹ ਨਹੀਂ ਕਹਿੰਦੀ ਕਿ ਪਰਮੇਸ਼ਵਰ ਮੁਸੀਬਤਾਂ ਘੱਲਦੇ ਹਨ। He allowed it because He had a purpose in your lives. ਪਰਮੇਸ਼ਵਰ ਉਹਨਾਂ ਮੁਸੀਬਤਾਂ ਨੂੰ ਆਉਣ ਦੀ ਇਜਾਜ਼ਤ ਦਿੰਦੇ ਹਨ ਕਿਉਂਕਿ ਪਰਮੇਸ਼ਵਰ ਦਾ ਉਹਨਾਂ ਦੇ ਪਿੱਛੇ ਇੱਕ ਮਕਸਦ ਹੁੰਦਾ ਹੈ। Everyone who is present over this place, ਹਰ ਇੱਕ ਸ਼ਖਸ ਜੋ ਵੀ ਇਸ ਜਗ੍ਹਾ ਦੇ ਉੱਤੇ ਅੱਜ ਮੌਜੂਦ you ਹੈ, have not come here without any purpose. ਤੁਸੀਂ ਅੱਜ ਇੱਥੇ ਕਿਸੇ ਮਕਸਦ ਤੋਂ ਬਿਨਾਂ ਨਹੀਂ ਆਏ। You all have come here because the Lord God wanted you to come in His presence. ਤੁਸੀਂ ਸਾਰੇ ਇਸ ਲਈ ਆਏ ਹੋ ਕਿਉਂਕਿ ਪ੍ਰਭੂ ਪਰਮੇਸ਼ਵਰ ਨੇ ਚਾਹਿਆ ਹੈ ਕਿ ਤੁਸੀਂ ਅੱਜ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਹੋਵੋ। Because He wants to bless you with something different today. A greater blessings is coming ahead in Jesus' mighty name. ਕਿਉਂਕਿ ਪਰਮੇਸ਼ਵਰ ਚਾਹੁੰਦੇ ਹਨ ਕਿ ਤੁਸੀਂ ਇੱਕ ਅਨੋਖੀ ਬਰਕਤ ਪਾਓ। ਇੱਕ ਵੱਡੀ ਬਰਕਤ ਤੁਹਾਡੇ ਲਈ ਹੈ ਯਿਸੂ ਦੇ ਨਾਮ ਦੇ ਵਿੱਚ। This is not your thoughts. This is not your planning that you are sitting over this place. ਇਹ ਕੋਈ ਤੁਹਾਡੀ ਯੋਜਨਾ ਨਹੀਂ ਸੀ ਕਿ ਤੁਸੀਂ ਅੱਜ ਇਸ ਜਗ੍ਹਾ ਦੇ ਉੱਤੇ ਆ ਕੇ ਬੈਠਦੇ। Because the word of the God says, ਕਿਉਂਕਿ ਪਰਮੇਸ਼ਵਰ ਦਾ ਜਿਹੜਾ ਵਚਨ ਹੈ ਉਹ ਕਹਿੰਦਾ ਹੈ God knows before you and He have the plannings for you before you were even born.
ਪਰਮੇਸ਼ਵਰ ਤੁਹਾਡੇ ਪੈਦਾ ਹੋਣ ਤੋਂ ਪਹਿਲਾਂ ਤੋਂ ਹੀ ਤੁਹਾਨੂੰ ਜਾਣਦਾ ਹੈ ਤੇ ਉਹਨੇ ਤੁਹਾਡੇ ਹੋਣ ਤੋਂ ਪਹਿਲਾਂ ਹੀ ਤੁਹਾਡੇ ਲਈ ਯੋਜਨਾਵਾਂ ਤਿਆਰ ਕੀਤੀਆਂ ਹਨ। The difficulties in your lives come because God has a purpose. ਤੁਹਾਡੇ ਜੀਵਨ ਦੇ ਵਿੱਚ ਮੁਸੀਬਤਾਂ ਆਉਂਦੀਆਂ ਹਨ ਕਿਉਂਕਿ ਪਰਮੇਸ਼ਵਰ ਦਾ ਉਹਨਾਂ ਦੇ ਲਈ ਇੱਕ ਮਕਸਦ ਹੈ। The purpose is not that you might live miserable. The purpose is not that you might live worried. ਪਰਮੇਸ਼ਵਰ ਦਾ ਮਕਸਦ ਇਹ ਨਹੀਂ ਹੈ ਕਿ ਤੁਸੀਂ ਉਹਨਾਂ ਮੁਸੀਬਤਾਂ ਦੇ ਵਿੱਚ ਕੰਜੂਸੀ ਦੇ ਨਾਲ ਤੇ ਪੂਰੇ ਤੁਸੀਂ ਤਣਾਅ ਦੇ ਵਿੱਚ ਰਹੋ, That you might live stressed or in anxieties. ਤੁਸੀਂ ਪਰੇਸ਼ਾਨੀ ਦੇ ਵਿੱਚ ਤੇ ਨਿਰਾਸ਼ਾ ਦੇ ਵਿੱਚ ਰਹੋ। But His purpose that these problems are coming in your lives, ਪਰ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਆ ਰਹੀਆਂ ਹਨ, ਪਰਮੇਸ਼ਵਰ ਦਾ ਮਕਸਦ ਉਹਦੇ ਪਿੱਛੇ ਇਹ ਹੈ that He is about to show His glory through your lives. ਕਿ ਪਰਮੇਸ਼ਵਰ ਤੁਹਾਡੇ ਜੀਵਨ ਦੇ ਦੁਆਰਾ ਆਪਣੀ ਮਹਿਮਾ ਨੂੰ ਦਿਖਾਉਣ ਜਾ ਰਿਹਾ ਹੈ। That the another people around you will see the glory of Lord from your lives. ਤੇ ਜਿਹੜੇ ਦੂਸਰੇ ਲੋਕ ਹਨ ਉਹ ਤੁਹਾਡੇ ਜੀਵਨ ਦੇ ਵਿੱਚੋਂ ਪਰਮੇਸ਼ਵਰ ਦੀ ਮਹਿਮਾ ਨੂੰ ਦੇਖਣ। And the people around you will definitely say ਤੇ ਜਿਹੜੇ ਤੁਹਾਡੇ ਆਲੇ ਦੁਆਲੇ ਦੇ ਲੋਕ ਹਨ ਉਹ ਜ਼ਰੂਰ ਇਹ ਕਹਿਣਗੇ that I have seen the struggles that you went through. ਕਿ ਮੈਂ ਉਹ ਮੁਸੀਬਤਾਂ ਦੇਖੀਆਂ ਹਨ ਜਿਨ੍ਹਾਂ ਦੇ ਵਿੱਚੋਂ ਦੀ ਤੂੰ ਗੁਜ਼ਰਿਆ ਹੈ, But also I have seen the glory of the Lord God from your lives. ਪਰ ਮੈਂ ਉਹਦੇ ਨਾਲ ਨਾਲ ਪਰਮੇਸ਼ਵਰ ਦੀ ਮਹਿਮਾ ਨੂੰ ਵੀ ਤੇਰੇ ਜੀਵਨ ਦੇ ਵਿੱਚੋਂ ਦੇਖਿਆ And ਹੈ। I'm saying this word of God not by my own thoughts, not by my own words, but this is from the Holy Spirit. The Holy Spirit is conveying this message to you. ਅੱਜ ਮੈਂ ਇਹ ਵਚਨ ਆਪਣੇ ਵੱਲੋਂ ਜਾਂ ਆਪਣੀਆਂ ਸੋਚਾਂ ਦੇ ਵੱਲੋਂ ਤੁਹਾਨੂੰ ਨਹੀਂ ਕਹਿ ਰਹੀ, ਪਰ ਇਹ ਵਚਨ ਅੱਜ ਪਵਿੱਤਰ ਆਤਮਾ ਦੇ ਵੱਲੋਂ ਤੁਹਾਡੇ ਜੀਵਨਾਂ ਦੇ ਲਈ ਹੈ। The Holy Spirit is directly talking to you today. ਪਵਿੱਤਰ ਆਤਮਾ ਅੱਜ ਸਿੱਧੇ ਤੁਹਾਡੇ ਨਾਲ ਗੱਲ ਕਰ ਰਿਹਾ So ਹੈ। each and every word that is being spoken from this place is for you. ਤੇ ਅੱਜ ਜੋ ਵੀ ਸ਼ਬਦ ਇਸ ਮੰਚ ਦੇ ਉੱਤੋਂ ਤੁਹਾਡੇ ਲਈ ਬੋਲਿਆ ਜਾ ਰਿਹਾ And I ਹੈ want you to receive each and every word personally in your lives. ਤੇ ਮੈਂ ਇਹ ਚਾਹੁੰਦੀ ਹਾਂ ਕਿ ਤੁਸੀਂ ਉਸ ਹਰ ਇੱਕ ਸ਼ਬਦ ਨੂੰ ਆਪਣੇ ਅੰਦਰ ਆਉਣ ਦੀ ਇਜਾਜ਼ਤ ਦਿਓ। Because every word that you are going to believe today will definitely come into existence in Jesus' mighty name. Amen. ਕਿਉਂਕਿ ਅੱਜ ਜਿਹੜੇ ਵੀ ਵਚਨ ਦੇ ਉੱਤੇ ਤੁਸੀਂ ਵਿਸ਼ਵਾਸ ਕਰੋਗੇ ਉਹ ਤੁਹਾਡੇ ਜੀਵਨ ਦੇ ਵਿੱਚ ਹੋਂਦ ਨੂੰ ਫੜੇਗਾ ਤੇ ਤੁਹਾਡੇ ਜੀਵਨ ਦੇ ਵਿੱਚ ਉਦਾਂ ਹੀ ਹੋਣਾ ਸ਼ੁਰੂ ਹੋ ਜਾਏਗਾ। ਆਮੇਨ। In Exodus 33, ਕੂਚ ਉਹਦੇ 33 ਨੰਬਰ ਅਧਿਆਏ the Lord replied, ਪਰਮੇਸ਼ਵਰ ਨੇ ਉੱਤਰ ਦਿੱਤਾ, My presence will go with you, ਮੇਰੀ ਹਜ਼ੂਰੀ ਤੇਰੇ ਅੰਗ ਸੰਗ ਜਾਵੇਗੀ and I will give you rest. ਅਤੇ ਮੈਂ ਤੈਨੂੰ ਆਰਾਮ ਦੇਵਾਂਗਾ। If His presence would not mean anything in our lives, why would He say these words in the Bible? ਜੇ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਜਿਹੜੀ ਉਪਸਥਿਤੀ ਹੈ ਉਹ ਮਾਇਨੇ ਨਹੀਂ ਰੱਖਦੀ ਤੇ ਫਿਰ ਪਰਮੇਸ਼ਵਰ ਨੇ ਇਹ ਵਚਨ ਕਿਉਂ ਕਿਹਾ ਹੈ ਬਾਈਬਲ ਦੇ ਵਿੱਚ? But also in His word it says, Ask and it shall be given unto you. ਤੇ ਬਾਈਬਲ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। So unless we don't ask, we will not receive. ਜਦੋਂ ਤੱਕ ਅਸੀਂ ਨਹੀਂ ਮੰਗਦੇ ਉਦੋਂ ਤੱਕ ਸਾਨੂੰ ਪ੍ਰਾਪਤ ਨਹੀਂ ਹੁੰਦਾ। And in this verse it says that my presence will go with you. ਤੇ ਇਸ ਆਇਤ ਦੇ ਵਿੱਚ ਇਦਾਂ ਲਿਖਿਆ ਹੈ ਕਿ ਜਿਹੜੀ ਮੇਰੀ ਹਜ਼ੂਰੀ ਹੈ ਉਹ ਤੇਰੇ ਅੰਗ ਸੰਗ ਜਾਵੇਗੀ And I will give you rest. ਤੇ ਮੈਂ ਤੈਨੂੰ ਆਰਾਮ ਦੇਵਾਂਗਾ। Maybe you're going through something very difficult. ਹੋ ਸਕਦਾ ਹੈ ਕਿ ਤੁਸੀਂ ਬੜੀ ਔਖਿਆਈ ਦੇ ਵਿੱਚੋਂ ਦੀ ਜਾ ਰਹੇ Maybe your ਹੋ। life is not going through the way you have planned it to be. ਹੋ ਸਕਦਾ ਹੈ ਕਿ ਤੁਹਾਡੀ ਜਿਹੜੀ ਜ਼ਿੰਦਗੀ ਹੈ ਉਸ ਤਰ੍ਹਾਂ ਜਾਂਦੀ ਹੋਵੇ। It might be that you are not getting any promotion on your jobs or not getting the right bands in your IELTS exam or anything. It can be anything in your life because every little thing upsets a lot. ਕਿਉਂਕਿ ਹੋ ਸਕਦਾ ਹੈ ਕਿ ਜਿੱਦਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਤੁਸੀਂ ਯੋਜਨਾ ਬਣਾਈ ਹੈ ਉਦਾਂ ਤੁਹਾਡੀ ਜ਼ਿੰਦਗੀ ਨਹੀਂ ਜਾ ਰਹੀ ਹੈ। ਹੋ ਸਕਦਾ ਹੈ ਕਿਸੇ ਵੀ ਤਰੀਕੇ ਦੇ ਵਿੱਚ ਤੁਹਾਡੀ ਤਰੱਕੀ ਨਾ ਹੁੰਦੀ ਹੋਵੇ ਜਾਂ ਤੁਹਾਡੇ ਕੰਮ ਨਾ ਬਣਦਾ ਹੋਵੇ ਜਾਂ ਤੁਹਾਡੇ ਆਈਲੈਟਸ ਦੇ ਵਿੱਚੋਂ ਬੈਂਡ ਨਾ ਆ ਰਹੇ ਹੋਣ। Because these are the problems that are facing, I have observed that each and everyone is facing in these days.
ਤੇ ਤੁਸੀਂ ਨਿਰਾਸ਼ ਹੋ ਜਾਂਦੇ ਹੋ। ਤੇ ਮੈਂ ਦੇਖਿਆ ਹੈ ਇਹਨਾਂ ਦਿਨਾਂ ਦੇ ਵਿੱਚ ਕਿ ਤੁਸੀਂ ਜਿਹੜੇ ਲੋਕ ਹਨ ਉਹ ਇਹਨਾਂ ਪਰੇਸ਼ਾਨੀਆਂ ਦੇ ਵਿੱਚ ਫਸੇ ਹੋਏ ਹਨ। And these things, these little things, ਤੇ ਇਹ ਛੋਟੀਆਂ-ਛੋਟੀਆਂ ਚੀਜ਼ਾਂ distracts you from the faith. ਉਹ ਤੁਹਾਡੇ ਵਿਸ਼ਵਾਸ ਤੋਂ ਤੁਹਾਨੂੰ ਭਟਕਾ ਦਿੰਦੀਆਂ ਹਨ। Because the agenda of the Satan, ਕਿਉਂਕਿ ਜਿਹੜਾ ਸ਼ੈਤਾਨ ਦਾ ਟੀਚਾ ਹੈ that he wants you to lose your focus from the Lord. ਉਹਦਾ ਇਹ ਟੀਚਾ ਹੈ ਕਿ ਜਿਹੜਾ ਤੁਹਾਨੂੰ ਨੇਚਾ ਦੇ ਉੱਤੋਂ ਉਹ ਤੁਹਾਨੂੰ ਭਟਕਾ ਦੇਵੇ ਤੇ ਤੁਸੀਂ ਈਮਾਨ ਦੇ ਉੱਤੇ ਨਾ ਖੜੇ ਰਹਿ He ਸਕੋ। wants you to stress and overthink about the situations of your lives. ਉਹ ਚਾਹੁੰਦਾ ਹੈ ਕਿ ਤੁਸੀਂ ਤਣਾਅ ਦੇ ਵਿੱਚ ਰਹੋ ਤੇ ਉਹਨਾਂ ਹਾਲਾਤਾਂ ਦੇ ਬਾਰੇ ਹੀ ਸੋਚੀ ਜਾਓ ਜਿਨ੍ਹਾਂ ਦੇ ਵਿੱਚ ਤੁਸੀਂ ਫਸੇ ਹੋ। He don't let you to sit in the presence of the Lord for a long time. ਉਹ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਲੰਬੇ ਸਮੇਂ ਦੇ ਲਈ ਤੁਹਾਨੂੰ ਨਹੀਂ ਬੈਠਣ ਦਿੰਦਾ। He don't want you to read the word of God. ਉਹ ਨਹੀਂ ਚਾਹੁੰਦਾ ਕਿ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਪੜ੍ਹੋ। Because he is expanding his kingdom. ਕਿਉਂਕਿ ਜਿਹੜਾ ਸ਼ੈਤਾਨ ਹੈ ਉਹ ਆਪਣੇ ਰਾਜ ਨੂੰ ਵਧਾ ਰਿਹਾ ਹੈ। But what the purpose of our lives, ਪਰ ਜਿਹੜਾ ਸਾਡੀਆਂ ਜ਼ਿੰਦਗੀਆਂ ਦਾ ਮਕਸਦ ਹੈ ਉਹ ਕੀ ਹੈ? to expand the kingdom of heaven. ਕਿ ਅਸੀਂ ਸਵਰਗ ਦੇ ਰਾਜ ਨੂੰ ਵਧਾਈਏ। We have to seek his kingdom. ਸਾਨੂੰ ਪਰਮੇਸ਼ਵਰ ਦੇ ਰਾਜ ਦੀ ਖੋਜ ਕਰਨ ਦੀ Because ਲੋੜ the ਹੈ। word of the God says, ਕਿਉਂਕਿ ਪਰਮੇਸ਼ਵਰ ਦਾ ਵਚਨ ਇਦਾਂ ਕਹਿੰਦਾ ਹੈ seek my kingdom, ਕਿ ਮੇਰੇ ਰਾਜ ਦੀ ਖੋਜ ਕਰੋ। search for my kingdom. ਮੇਰੇ ਰਾਜ ਨੂੰ ਪਾਲੋ। Everything that you are desiring will come after you. ਹਰ ਉਹ ਚੀਜ਼ ਜਿਹਦੀ ਤੁਸੀਂ ਚਾਹਤ ਰੱਖਦੇ ਹੋ ਉਹ ਤੁਹਾਡੇ ਪਿੱਛੇ ਪੈ ਕੇ So I'm ਮਿਲੇਗੀ। telling you today, stop running, stop chasing the things of this temporary world. ਤੇ ਅੱਜ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਤੁਸੀਂ ਉਹਨਾਂ ਚੀਜ਼ਾਂ ਦੇ ਪਿੱਛੇ ਭੱਜਣ ਤੋਂ ਰੁਕ ਜਾਓ। ਉਹਨਾਂ ਚੀਜ਼ਾਂ ਦੇ ਪਿੱਛੇ ਨਾ ਭੱਜੋ ਜਿਹੜੀਆਂ ਸਿਰਫ ਕੁਝ ਥੋੜੇ ਹੀ ਸਮੇਂ ਦੇ ਲਈ ਹਨ। Don't get distracted behind the things of this world, ਤੁਹਾਡਾ ਧਿਆਨ ਇਹਨਾਂ ਦੁਨੀਆ ਦੀਆਂ ਚੀਜ਼ਾਂ ਨੂੰ ਦੇਖ ਕੇ ਨਾ ਭਟਕੇ, but think about this life after, ਪਰ ਆਪਣੇ ਜੀਵਨ ਤੋਂ ਬਾਅਦ ਦੇ ਜੀਵਨ ਦੇ ਲਈ ਸੋਚੋ। the everlasting life. ਉਹ ਜੀਵਨ ਜਿਹੜਾ ਸਦਾ ਦਾ ਜੀਵਨ ਹੈ। Either you choose for the life of this earth and go to hell, or either you go for the life of the heaven and choose the word of God. ਜਾਂ ਤਾਂ ਤੁਸੀਂ ਇਸ ਧਰਤੀ ਦੇ ਜੀਵਨ ਨੂੰ ਚੁਣ ਸਕਦੇ ਹੋ ਤੇ ਨਰਕ ਦੇ ਵਿੱਚ ਜਾ ਸਕਦੇ ਹੋ, ਜਾਂ ਤਾਂ ਫਿਰ ਤੁਸੀਂ ਉਸ ਜੀਵਨ ਨੂੰ ਚੁਣ ਸਕਦੇ ਹੋ ਜੋ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਤੇ ਫਿਰ ਤੁਸੀਂ ਸਵਰਗ ਦੇ ਵਿੱਚ ਜਾ ਸਕਦੇ ਹੋ। Because the life of a believer is full of sacrifice. This is the truth. ਕਿਉਂਕਿ ਸੱਚ ਇਹ ਹੈ ਕਿ ਜਿਹੜਾ ਵਿਸ਼ਵਾਸੀ ਦਾ ਜੀਵਨ ਹੈ ਉਹ ਪੂਰਾ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ। We have to sacrifice our life for the Lord because he first loved us and sacrificed for us. ਤੇ ਸਾਨੂੰ ਪਰਮੇਸ਼ਵਰ ਦੇ ਲਈ ਕੁਝ ਕੁਰਬਾਨ ਕਰਨ ਦੀ ਲੋੜ ਹੈ ਕਿਉਂਕਿ ਸਾਡਾ ਜਿਹੜਾ ਜੀਵਨ ਦਾ ਮਕਸਦ ਹੈ ਉਹ ਇਹੀ ਹੋਣਾ ਚਾਹੀਦਾ ਹੈ। What I am talking about the sacrifice is not giving your lives for the Lord. ਮੇਰੇ ਕੁਰਬਾਨੀ ਦੇ ਮਤਲਬ ਦਾ ਇਹ ਨਹੀਂ ਹੈ ਕਿ ਤੁਸੀਂ ਆਪਣੇ ਜੀਵਨ ਨੂੰ ਪਰਮੇਸ਼ਵਰ ਦੇ ਉੱਤੇ ਕੁਰਬਾਨ ਕਰ ਦਿਓ। But your habits, your thoughts, your thinking and your companies, you have to compromise all of these things if you want to be the part of his heavenly kingdom. ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੀਆਂ ਇੱਛਾਵਾਂ, ਤੁਹਾਡੀਆਂ ਆਦਤਾਂ ਦੇ ਨਾਲ ਤੁਹਾਨੂੰ ਸਮਝੌਤਾ ਨਹੀਂ ਕਰਨਾ ਹੈ। ਤੁਹਾਨੂੰ ਉਹ ਛੱਡਣੀਆਂ ਪੈਣਗੀਆਂ ਜੇ ਤੁਸੀਂ ਪਰਮੇਸ਼ਵਰ ਦੇ ਰਾਜ ਦੇ ਵਿੱਚ ਪਰਮੇਸ਼ਵਰ ਦੇ ਨਾਲ ਜਾਣਾ ਚਾਹੁੰਦੇ ਹੋ। Because a born Christian is one who is dead from the things of this world. ਕਿਉਂਕਿ ਜਿਹੜਾ ਇੱਕ ਮਸੀਹ ਦੇ ਵਿੱਚ ਜੀਵਤਾ ਉਹੀ ਹੈ ਜਿਹੜਾ ਇਸ ਸੰਸਾਰ ਦੀਆਂ ਚੀਜ਼ਾਂ ਤੋਂ ਮਰਿਆ ਹੋਇਆ ਹੈ। You have to stop going in the bars. You have to stop sitting in the groups that talks about other people. You have to stop the things that bring lust in your life. You have to stop all the things that keeps you away from the Lord. ਤੁਹਾਨੂੰ ਉਹਨਾਂ ਸਾਰਿਆਂ ਆਪਣੇ ਮਿੱਤਰਾਂ ਤੋਂ, ਆਪਣੇ ਉਹਨਾਂ ਸਾਰਿਆਂ ਤੁਸੀਂ ਲੋਕਾਂ ਤੋਂ ਤੁਹਾਨੂੰ ਦੂਰੀ ਬਣਾਉਣੀ ਪਵੇਗੀ ਜਿਨ੍ਹਾਂ ਨੂੰ ਪਰਮੇਸ਼ਵਰ ਜੀ ਜਿਹੜੀਆਂ ਚੀਜ਼ਾਂ ਉਹ ਤੁਹਾਡੇ ਵਿੱਚ ਪਾਉਂਦੀਆਂ ਹਨ, ਜਿਹੜੀਆਂ ਚੀਜ਼ਾਂ ਪਰਮੇਸ਼ਵਰ ਜੀ ਨੂੰ ਨਹੀਂ ਪਸੰਦ ਹਨ ਤੇ ਉਹ ਚੀਜ਼ਾਂ ਤੁਸੀਂ ਉਹਨਾਂ ਲੋਕਾਂ ਦੇ ਦੁਆਰਾ ਆਪਣੇ ਅੰਦਰ ਲੈਂਦੇ ਹੋ, ਤੁਹਾਨੂੰ ਉਹ ਸਾਰੀਆਂ ਚੀਜ਼ਾਂ ਛੱਡਣੀਆਂ ਪੈਣਗੀਆਂ। Because the things of the heavens and the things of the earth cannot go along. ਕਿਉਂਕਿ ਜਿਹੜੀਆਂ ਧਰਤੀ ਦੀਆਂ ਚੀਜ਼ਾਂ ਹਨ ਤੇ ਜਿਹੜੀਆਂ ਪਰਮੇਸ਼ਵਰ ਦੀਆਂ ਚੀਜ਼ਾਂ ਹਨ ਉਹ ਇੱਕੋ ਸਾਰ ਨਹੀਂ ਚੱਲ ਸਕਦੀਆਂ। It's our opinion, our options, what we have to choose. ਇਹ ਸਾਡਾ ਚੁਣਾਵ ਹੈ ਹੁਣ ਕਿ ਅਸੀਂ ਕਿਹੜਾ ਜੀਵਨ
ਚੁਣਨਾ ਹੈ because we are given the free wills. ਕਿਉਂਕਿ ਸਾਨੂੰ ਇੱਕ ਆਜ਼ਾਦ ਮਰਜ਼ੀ ਦਿੱਤੀ We ਗਈ ਹੈ have the mind, we have the thoughts to decide what we have to choose. ਸਾਡੇ ਕੋਲ ਮਨ ਦਿੱਤਾ ਗਿਆ ਹੈ ਸਾਨੂੰ ਬੁੱਧ ਦਿੱਤਾ ਗਿਆ ਹੈ ਪਰਮੇਸ਼ਵਰ ਦੇ ਵੱਲੋਂ ਕਿ ਅਸੀਂ ਕਿਹੜੇ ਪਾਸੇ ਨੂੰ ਚੁਣੀਏ And the people, I heard that they say that this is a lot of problem to choose among the things of the world and to choose among the things of the heavens. ਤੇ ਮੈਂ ਬਹੁਤ ਵਾਰੀ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਸਾਨੂੰ ਇਹ ਬੜਾ ਔਖਾ ਲੱਗਦਾ ਹੈ ਕਿ ਅਸੀਂ ਧਰਤੀ ਦੀਆਂ ਚੀਜ਼ਾਂ ਨੂੰ ਚੁਣੀਏ ਜਾਂ ਪਰਮੇਸ਼ਵਰ ਦੀਆਂ ਚੀਜ਼ਾਂ ਨੂੰ ਚੁਣੀਏ Because they say that our relatives, they get upset. ਕਿਉਂਕਿ ਉਹ ਕਹਿੰਦੇ ਹਨ ਕਿ ਜਿਹੜੇ ਸਾਡੇ ਰਿਸ਼ਤੇਦਾਰ ਹਨ ਉਹ ਨਿਰਾਸ਼ ਹੁੰਦੇ They ਹਨ say that our friends get upset when we don't go and sit among them. ਕਿ ਸਾਡੇ ਜਿਹੜੇ ਦੋਸਤ ਹਨ ਉਹ ਨਾਰਾਜ਼ ਹੋ ਜਾਂਦੇ ਹਨ ਜਦੋਂ ਅਸੀਂ ਉਹਨਾਂ ਦੇ ਨਾਲ ਨਹੀਂ ਜਾਂਦੇ ਉਹਨਾਂ ਦੇ ਨਾਲ ਨਹੀਂ ਬੈਠਦੇ But I'm telling you today, all you have to do is to invite His presence along you. When His presence will be with you, all the people around you will seek the kingdom of Lord and see the image of Lord from you. ਤੇ ਮੈਂ ਸਿਰਫ ਅੱਜ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਪਰਮੇਸ਼ਵਰ ਦੀ ਉਪਸਥਿਤੀ ਨੂੰ ਆਪਣੇ ਜੀਵਨ ਦੇ ਵਿੱਚ ਬੁਲਾਓ ਤਾਂ ਕਿ ਜਿਹੜੇ ਤੁਹਾਡੇ ਆਲੇ ਦੁਆਲੇ ਦੇ ਲੋਕੀ ਹਨ ਉਹ ਤੁਹਾਡੇ ਜੀਵਨ ਦੇ ਵਿੱਚ ਸਿਰਫ ਪਰਮੇਸ਼ਵਰ ਦੇ ਜਲਾਲ ਨੂੰ ਪਰਮੇਸ਼ਵਰ ਦੀ ਮਹਿਮਾ ਨੂੰ ਤੁਹਾਡੇ ਜੀਵਨ ਦੇ ਵਿੱਚ ਦੇਖਣ And when this will happen, they will come to you and ask you that what you do, why you are so happy, where this peace is coming from. ਤੇ ਜਦੋਂ ਉਹ ਤੁਹਾਡੇ ਜੀਵਨ ਦੇ ਵਿੱਚ ਇਹ ਸਭ ਕੁਝ ਦੇਖਣਗੇ ਤੇ ਉਹ ਤੁਹਾਡੇ ਕੋਲ ਭੱਜੇ ਆਉਣਗੇ ਕਿ ਇਹ ਤੁਹਾਡੇ ਜੀਵਨ ਦੇ ਵਿੱਚ ਕਿੱਦਾਂ ਹੋ ਰਿਹਾ ਹੈ ਤੁਸੀਂ ਇੰਨੇ ਖੁਸ਼ ਕਿੱਦਾਂ ਹੋ ਤੁਸੀਂ ਇਹ ਕਿੱਦਾਂ ਕਰ ਲੈਂਦੇ ਹੋ Jesus did not said that stay away from sinners. He used to sit with the sinners, but he said that be away from the sin and tell those people about the kingdom of heaven. ਤੇ ਯਿਸੂ ਨੇ ਇਹ ਨਹੀਂ ਕਿਹਾ ਕਿ ਤੁਸੀਂ ਜਿਹੜੇ ਪਾਪ ਕਰਨ ਵਾਲੇ ਮਨੁੱਖ ਹੋ ਉਹਨਾਂ ਤੋਂ ਪਰੇ ਰਹੋ ਪਰਮੇਸ਼ਵਰ ਨੇ ਬਾਈਬਲ ਦੇ ਵਿੱਚ ਇਦਾਂ ਕਿਹਾ ਹੈ ਕਿ ਤੁਸੀਂ ਪਾਪ ਤੋਂ ਭੱਜੋ ਨਾ ਕਿ ਉਹਨਾਂ ਲੋਕਾਂ ਤੋਂ ਜਿਹੜੇ ਪਾਪ ਕਰਦੇ ਹਨ ਕਿਉਂਕਿ ਪ੍ਰਭੂ ਯਿਸੂ ਮਸੀਹ ਖੁਦ ਪਾਪੀਆਂ ਦੇ ਨਾਲ ਜਾਂਦੇ ਸੀ ਉਹਨਾਂ ਨਾਲ ਬਹਿੰਦੇ ਸੀ ਤੇ ਉਹਨਾਂ ਨੂੰ ਪਰਮੇਸ਼ਵਰ ਦੇ ਰਾਜ਼ ਦੀਆਂ ਗੱਲਾਂ ਸਿਖਾਉਂਦੇ ਸੀ That's how we will choose, we will save the souls for the kingdom of heaven. ਇਸੇ ਤਰੀਕੇ ਦੇ ਨਾਲ ਅਸੀਂ ਵੀ ਪਰਮੇਸ਼ਵਰ ਦੇ ਰਾਜ ਦੇ ਲਈ ਸਵਰਗ ਦੇ ਲਈ ਲੋਕਾਂ ਦੀਆਂ ਜਿਹੜੀਆਂ ਰੂਹਾਂ ਹਨ ਉਹਨਾਂ ਨੂੰ ਬਚਾ ਸਕਦੇ ਹਾਂ We have to start spreading the gospel from our loved ones. ਜਿਨ੍ਹਾਂ ਨਾਲ ਅਸੀਂ ਪ੍ਰੇਮ ਕਰਦੇ ਹਾਂ ਅਸੀਂ ਉਹਨਾਂ ਤੱਕ ਪਰਮੇਸ਼ਵਰ ਦੇ ਵਚਨ ਨੂੰ ਫੈਲਾ ਸਕਦੇ ਹਾਂ And our loved ones are our relatives and our friends. ਅਸੀਂ ਜਿਨ੍ਹਾਂ ਨਾਲ ਪ੍ਰੇਮ ਕਰਦੇ ਹਾਂ ਉਹ ਹਨ ਸਾਡੇ ਰਿਸ਼ਤੇਦਾਰ ਸਾਡੇ ਦੋਸਤ ਮਿੱਤਰ And we don't have to run from them. We have to go and sit with them, but we have to tell them about the kingdom of heaven. ਤੇ ਸਾਨੂੰ ਉਹਨਾਂ ਦੇ ਕੋਲੋਂ ਭੱਜਣ ਦੀ ਲੋੜ ਨਹੀਂ ਹੈ ਪਰ ਸਾਨੂੰ ਉਹਨਾਂ ਦੇ ਨਾਲ ਬੈਠ ਕੇ ਪਰਮੇਸ਼ਵਰ ਦੇ ਵਚਨ ਦੇ ਬਾਰੇ ਉਹਨਾਂ ਦੇ ਨਾਲ ਗੱਲ ਕਰਨ ਦੀ ਲੋੜ ਹੈ ਉਹਨਾਂ ਨੂੰ ਖੁਸ਼ਖਬਰੀ ਦੱਸਣ ਦੀ ਲੋੜ ਹੈ ਕਿ ਪਰਮੇਸ਼ਵਰ ਦਾ ਰਾਜ ਕੀ ਹੈ Now it's their turn to listen you. ਹੁਣ ਉਹਨਾਂ ਦੀ ਵਾਰੀ ਹੈ ਕਿ ਉਹ ਤੁਹਾਡੀ ਗੱਲ ਨੂੰ ਸੁਣਨ Because the presence of the Lord is with you from this time itself. ਕਿਉਂਕਿ ਜਿਹੜੀ ਪਰਮੇਸ਼ਵਰ ਦੀ ਉਪਸਥਿਤੀ ਹੈ ਉਹ ਹੁਣ ਤੋਂ ਇਸੇ ਸਮੇਂ ਤੋਂ ਤੁਹਾਡੇ ਨਾਲ ਹੈ Amen. ਆਮੇਨ His word says that I'll never leave you nor forsake you. ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਮੈਂ ਨਾ ਤੈਨੂੰ ਕਦੇ ਛੱਡਾਂਗਾ ਨਾ ਤਿਆਗਾਂਗਾ See how beautiful, how merciful is our Lord. ਦੇਖੋ ਸਾਡਾ ਪਰਮੇਸ਼ਵਰ ਕਿੰਨਾ ਦਇਆਵਾਨ ਤੇ ਕਿੰਨਾ ਚੰਗਾ ਹੈ He is ready to come in your lives. ਉਹ ਤਿਆਰ ਹੈ ਤੁਹਾਡੇ ਜੀਵਨ ਦੇ ਵਿੱਚ ਆਉਣ ਦੇ ਲਈ He is promising us today that I will never leave you nor forsake you. ਪਰਮੇਸ਼ਵਰ ਜੀ ਅੱਜ ਸਾਡੇ ਨਾਲ ਵਾਅਦਾ ਕਰ ਰਹੇ ਹਨ ਕਿ ਨਾ ਮੈਂ ਤੈਨੂੰ ਛੱਡਾਂਗਾ ਨਾ ਮੈਂ ਤੈਨੂੰ ਤਿਆਗਾਂਗਾ But invite Him. ਪਰ ਪਰਮੇਸ਼ਵਰ ਨੂੰ ਸੱਦਾ ਦਿਓ ਤੁਸੀਂ Ask ਆਪਣੇ Him ਜੀਵਨ to ਦੇ ਵਿੱਚ come. ਤੁਸੀਂ ਪਰਮੇਸ਼ਵਰ ਨੂੰ ਉਹਨਾਂ ਦੀ ਉਪਸਥਿਤੀ ਨੂੰ ਆਪਣੇ ਅੰਦਰ ਆਉਣ ਲਈ ਪ੍ਰਾਰਥਨਾ ਕਰੋ Surrender yourselves to Him. ਆਪਣੇ ਆਪ ਨੂੰ ਪਰਮੇਸ਼ਵਰ ਦੇ ਸਪੁਰਦ ਕਰ ਦਿਓ Today, open your minds, open your thoughts, and say, Lord, I surrender myself to you. Come within me. ਆਪਣੇ ਮਨਾਂ ਨੂੰ ਆਪਣੀਆਂ ਸੋਚਾਂ ਨੂੰ ਅੱਜ ਪਰਮੇਸ਼ਵਰ ਦੇ ਅੱਗੇ ਖੋਲੋ ਤੇ ਪਰਮੇਸ਼ਵਰ ਨੂੰ ਕਹੋ ਪ੍ਰਭੂ ਮੇਰੇ ਦਿਲ ਦੇ ਵਿੱਚ ਆਓ Because when He will come in your lives, ਕਿਉਂਕਿ ਜਦੋਂ ਪਰਮੇਸ਼ਵਰ ਤੁਹਾਡੇ ਜੀਵਨ ਦੇ ਵਿੱਚ ਆਉਣਗੇ all you have to do is to stay still because He is gonna fight you. ਤੁਹਾਨੂੰ ਉਸ ਸਮੇਂ ਸਿਰਫ ਸ਼ਾਂਤ ਰਹਿਣ ਦੀ ਲੋੜ ਹੈ ਕਿਉਂਕਿ ਜਿਹੜੀਆਂ ਤੁਹਾਡੀਆਂ ਲੜਾਈਆਂ ਹਨ
ਉਹ ਪਰਮੇਸ਼ਵਰ ਖੁਦ ਆਪ ਲੜਨਗੇ। You have to stay still. His word says, I, the Lord God, will fight your battles for you. ਤੁਹਾਨੂੰ ਸਿਰਫ ਆਪਣੇ ਹਾਲਾਤਾਂ ਦੇ ਵਿੱਚ ਸ਼ਾਂਤ ਰਹਿਣ ਦੀ ਲੋੜ ਹੈ ਤੇ ਪਰਮੇਸ਼ਵਰ ਨੂੰ ਪੁਕਾਰਨ ਦੀ ਲੋੜ ਹੈ ਤੇ ਪਰਮੇਸ਼ਵਰ ਖੁਦ ਤੁਹਾਡੀਆਂ ਲੜਾਈਆਂ ਨੂੰ ਆਪ ਲੜਨਗੇ। Because we have to walk by faith, not by sight. ਕਿਉਂਕਿ ਸਾਨੂੰ ਈਮਾਨ ਦੇ ਨਾਲ ਚੱਲਣ ਦੀ ਲੋੜ ਹੈ, ਨਾ ਕਿ ਉਹਨਾਂ ਚੀਜ਼ਾਂ ਨੂੰ ਦੇਖ ਕੇ ਜਿਹੜੀਆਂ ਅਸੀਂ ਦੇਖਦੇ ਹਾਂ ਉਹਨਾਂ ਦੇ ਦੁਆਰਾ ਸਾਨੂੰ ਚੱਲਣ ਦੀ ਲੋੜ ਨਹੀਂ ਹੈ। And I believe that you all will ask for the presence of Lord in your lives today. ਤੇ ਮੈਂ ਇਹ ਈਮਾਨ ਕਰਦੀ ਹਾਂ ਕਿ ਤੁਸੀਂ ਅੱਜ ਸਾਰੇ ਜਣੇ ਪਰਮੇਸ਼ਵਰ ਨੂੰ ਆਪਣੇ ਜੀਵਨ ਦੇ ਵਿੱਚ ਆਉਣ ਦੇ ਲਈ ਸੱਦਾ ਦਿਓਗੇ। And well, His presence will come in your lives. ਤੇ ਜਦੋਂ ਪਰਮੇਸ਼ਵਰ ਦੀ ਉਪਸਥਿਤੀ ਤੁਹਾਡੇ ਜੀਵਨ ਦੇ ਵਿੱਚ ਆਵੇਗੀ, All your battles will be favored and all your battles will be won in Jesus' mighty name, because nothing is impossible for my Lord, for your Lord, in Jesus' name. ਤੇ ਜਿਹੜੀਆਂ ਤੁਹਾਡੀਆਂ ਸਾਰੀਆਂ ਜੰਗਾਂ ਹਨ ਉਹ ਤੁਹਾਡੇ ਪੱਖ ਦੇ ਵਿੱਚ ਤੇ ਤੁਹਾਡੀ ਜਿੱਤ ਦੇ ਵਿੱਚ ਬਦਲ ਜਾਣਗੀਆਂ, ਕਿਉਂਕਿ ਸਾਡੇ ਪਰਮੇਸ਼ਵਰ ਦੇ ਲਈ ਉਹ ਸਾਰੀਆਂ ਚੀਜ਼ਾਂ ਮੁਮਕਿਨ ਹਨ ਜਿਹੜੀਆਂ ਅਸੀਂ ਨਹੀਂ ਕਰ ਸਕਦੇ। Because stress is not the part of your lives, worries are not the part of your lives. ਕਿਉਂਕਿ ਜਿਹੜਾ ਤਣਾਅ ਹੈ, ਜਿਹੜੀਆਂ ਪਰੇਸ਼ਾਨੀਆਂ ਹਨ ਉਹ ਤੁਹਾਡੇ ਜੀਵਨ ਦਾ ਹਿੱਸਾ ਨਹੀਂ ਹਨ। But His everlasting grace, His joy, His peace, His happiness is the part of your life, and receive it in Jesus' name. ਪਰ ਪਰਮੇਸ਼ਵਰ ਦਾ ਆਨੰਦ, ਪਰਮੇਸ਼ਵਰ ਦਾ ਪ੍ਰੇਮ, ਪਰਮੇਸ਼ਵਰ ਦੀ ਖੁਸ਼ੀ ਤੁਹਾਡੇ ਜੀਵਨ ਦਾ ਹਿੱਸਾ ਹੈ। And may all these souls be saved in Jesus' mighty name. ਤੇ ਇਹ ਸਾਰੀਆਂ ਰੂਹਾਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਬਚਾਈਆਂ May ਜਾਣ। the Lord bless you on the hearing of this word. ਪਰਮੇਸ਼ਵਰ ਤੁਹਾਨੂੰ ਆਸ਼ੀਸ਼ਿਤ ਕਰਨ ਇਸ ਵਚਨ ਦੇ ਸੁਣੇ ਜਾਣ ਦੇ ਉੱਤੇ। In Jesus' mighty name, ਯਿਸੂ ਦੇ ਸ਼ਕਤੀਸ਼ਾਲੀ ਨਾਮ ਦੇ ਵਿੱਚ we pray and ask. ਅਸੀਂ ਇਹ ਪ੍ਰਾਰਥਨਾ ਮੰਗਦੇ ਹਾਂ। Amen. ਆਮੇਨ, Amen. ਆਮੇਨ, Amen. ਆਮੇਨ। उसने दुनिया ਨੂੰ ਪਿਆਰ ਕੀਤਾ ਔਰ ਦੁਨੀਆ ਯਿਸੂ ਮਸੀਹ ਦੀ دیਵਾਨੀ ਹੋ ਗਈ। ਅੱਜ ਸਭ ਤੋਂ ਵੱਡੀ ਕਤਾਰ ਯਿਸੂ ਦੇ دیਵਾਨਿਆਂ ਦੀ ਇਸ ਦੁਨੀਆ ਦੇ ਅੰਦਰ। ਅੱਜ ਮੈਂ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਦੇ ਨਾਲ ਤੁਹਾਡੇ ਜਿਸਮਾਂ ਦੇ ਉੱਤੇ ਸ਼ਬਦ ਬੋਲਦੀ ਹਾਂ। ਤੁਹਾਡੇ ਜਿਸਮ ਦਾ ਹਰ ਅੰਗ, ਤੁਹਾਡੇ ਜਿਸਮ ਦੀ ਹਰ ਹੱਡੀ, ਤੁਹਾਡੇ ਜਿਸਮ ਦੀ ਹਰ ਮਾਸਪੇਸ਼ੀ, ਤੁਹਾਡੇ ਜਿਸਮ ਦੀ ਹਰ ਨਾੜ, ਤੁਹਾਡੇ ਜਿਸਮ ਦਾ ਹਰ ਸੈੱਲ ਉਦਾਂ ਕੰਮ ਕਰੇ ਜਿੱਦਾਂ ਇੱਕ ਤੰਦਰੁਸਤ ਜਿਸਮ ਦਾ ਕਰਦਾ ਹੈ। ਔਰ ਤੁਸੀਂ ਵੱਡੀਆਂ ਗਵਾਹੀਆਂ ਨੂੰ ਜਨਮ ਦਿਓ ਪ੍ਰਭੂ ਯਿਸੂ ਮਸੀਹ ਦੇ ਨਾਮ। Turn to God, ਪਰਮੇਸ਼ਵਰ ਦੇ ਵੱਲ ਮੁੜੋ who are broken-hearted. ਜਿਹੜੇ ਤੁਸੀਂ ਟੁੱਟੇ ਦਿਲ ਦੇ ਹੋ। ਇੱਥੇ ਹਫਤੇ ਦੇ ਪਹਿਲੇ ਐਤਵਾਰ ਪ੍ਰਭੂ ਭੋਜ ਹੁੰਦਾ ਹੈ ਤੇ ਮਹੀਨੇ ਦੇ ਆਖਰੀ ਐਤਵਾਰ ਬਪਤਿਸਮੇ ਦਿੱਤੇ ਜਾਂਦੇ ਹਨ। ਜੇਕਰ ਤੁਸੀਂ ਇਸ ਸੇਵਕਾਈ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਦਾਨ ਰਾਸ਼ੀਆਂ ਇਸ ਪਤੇ ਤੇ ਭੇਜ ਸਕਦੇ ਹੋ।